ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਜਿਹੜਾ ਇੱਕ ਘਿਨਾਉਣਾ ਵਰਤਾਰਾ ਵਾਪਰਿਆ, ਉਸ ਦੇ ਬਾਰੇ ਤਕਰੀਬਨ ਅਸੀਂ ਸਾਰੇ ਹੀ ਜਾਣਕਾਰੀ ਰੱਖਦੇ ਹਾਂ। ਬੇਸ਼ੱਕ ਜਿਹੜੀਆਂ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਆਈਆਂ ਉਹ ਇਸ ਵਰਤਾਰੇ ਦੇ ਵਾਪਰਨ ਤੋਂ ਕਾਫੀ ਸਮਾਂ ਬਾਅਦ ਦੇ ਵਿੱਚ ਆਈਆਂ, ਪਰ ਇਸ ਸਾਰੇ ਵਰਤਾਰੇ ਦੀਆਂ ਜਿਹੜੀਆਂ ਕੁੰਡੀਆਂ ਨੇ ਉਹ ਕਿਤੇ ਨਾ ਕਿਤੇ ਖੁੱਲ੍ਹਦੀਆਂ ਜਾ ਰਹੀਆਂ ਨੇ। 26 ਜਨਵਰੀ ਜਦੋਂ ਇਸ ਦੇਸ਼ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ, ਔਰ ਉਸ ਦਿਨ ਹੀ ਉਸ ਸ਼ਹਿਰ ਦੇ ਵਿੱਚ ਜਿੱਥੇ ਕਿ ਗਣਤੰਤਰ ਦਿਵਸ ਨੂੰ ਮਨਾਉਣ ਦੇ ਵਾਸਤੇ ਸਭ ਤੋਂ ਵੱਧ ਪੁਲਿਸ ਦੀ ਨਫਰੀ ਲੱਗੀ ਹੁੰਦੀ ਹੈ, ਜਿਸ ਦਿਨ ਗਣਤੰਤਰ ਭਾਵ ਕਿ ਇਸ ਦੇਸ਼ ਦੇ ਅੰਦਰ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ ਮਨਾਇਆ ਜਾ ਰਿਹਾ ਸੀ, ਉਸੇ ਦਿਨ ਹੀ ਦਿੱਲੀ ਦੀਆਂ ਸੜਕਾਂ ਦੇ ਉੱਪਰ ਸੰਵਿਧਾਨ ਦੀਆਂ ਧਾਰਾਵਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਤੇ ਉਹ ਪੁਲਿਸ, ਜਿਸ ਪੁਲਿਸ ਨੇ ਇਸ ਸੰਵਿਧਾਨ ਦੇ ਅਨੁਸਾਰ ਲੋਕਾਂ ਦੀ ਰਾਖੀ ਦਾ ਜਾਮਨ ਬਣਨਾ ਹੁੰਦਾ ਹੈ, ਜਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਹੈ, ਉਹ ਪੁਲਿਸ ਜਿਹੜੀ ਹੈ ਉਹ ਦਿੱਲੀ ਦੀਆਂ ਸੜਕਾਂ ਦੇ ਉੱਪਰ ਮੂਕ ਦਰਸ਼ਕ ਬਣ ਕੇ ਇਸ ਸਭ ਦਾ ਨਜ਼ਾਰਾ ਵੇਖ ਰਹੀ ਸੀ। ਦਿੱਲੀ ਦੇ ਵਿੱਚ ਇੱਕ ਵਿਆਹੁਤਾ ਬੱਚੀ ਦੇ ਨਾਲ ਜ਼ਬਰ ਜਨਾਹ, ਉਸ ਤੋਂ ਬਾਅਦ ਉਸ ਦੇ ਕੇਸਾਂ ਦੀ ਬੇਅਦਬੀ, ਉਸ ਦਾ ਮੂੰਹ ਕਾਲਾ ਕੀਤਾ ਜਾਣਾ ਔਰ ਉਸ ਨੂੰ ਬੇਇੱਜ਼ਤ ਕਰਨ ਦੇ ਵਾਸਤੇ ਬਹੁਤ ਹੀ ਘਿਨਾਉਣੀ ਹਰਕਤ, ਉਸ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਜੁੱਤੀਆਂ ਦਾ, ਤੇ ਉਸ ਨੂੰ ਕਰੀਬ ਪੌਣਾ ਘੰਟਾ ਦਿੱਲੀ ਦੀਆਂ ਸੜਕਾਂ ਦੇ ਉੱਪਰ ਘੁਮਾਉਣਾ। ਔਰ ਲੋਕ, ਮੈਂ ਸੋਚਦਾ ਕਿ ਕਿਵੇਂ ਦੀ ਮਾਨਸਿਕਤਾ ਦੇ ਲੋਕ ਨੇ। ਬਹੁਤ ਕੁਝ ਅੱਜ ਤੁਹਾਡੇ ਨਾਲ ਇਸ ਮੁੱਦੇ ਦੇ ਉੱਪਰ ਸਾਂਝਾ ਕਰਨ ਵਾਲਾ ਹੈ, ਕਿਉਂਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਕਿਹਾ ਜਾਂਦਾ ਧਰਮ ਦਾ ਮੁੱਦਾ ਨਾ ਬਣਾਓ। ਧਰਮ ਦਾ ਮੁੱਦਾ ਤਾਂ ਹੋਵੇ ਜੇਕਰ ਅਸੀਂ ਨਿਰਭਇਆ ਕਹਿਣ ਦੇ ਵਿੱਚ ਨਾ ਬੋਲੇ ਹੋਈਏ। ਜੇਕਰ ਅਸੀਂ ਜੰਮੂ ਦੇ ਕੋਲ ਜੇਕਰ ਇੱਕ ਛੋਟੀ ਜਿਹੀ ਬੱਚੀ ਆਸਿਫਾ ਦਾ ਇਹੀ ਕੁਛ ਹੋਇਆ ਸੀ, ਜਬਰ ਜਨਾਹ ਹੋਇਆ ਸੀ, ਕਤਲ ਹੋਇਆ ਸੀ, ਜੇ ਅਸੀਂ ਉਦੋਂ ਨਾ ਬੋਲੇ ਹੋਈਏ, ਚਾਹੇ ਕਿਸੇ ਵੀ ਧਰਮ ਦੇ ਵਿੱਚੋਂ ਬੱਚੀ ਹੋਵੇ, ਉਸ ਬੱਚੀ ਦੇ ਉੱਪਰ ਜੇਕਰ ਇਵੇਂ ਦਾ ਕੋਈ ਘਿਨਾਉਣਾ ਵਰਤਾਰਾ ਵਾਪਰਦਾ ਹੈ ਤੇ ਉਹਦੇ ਪ੍ਰਤੀ ਬੋਲਣਾ, ਆਵਾਜ਼ ਉਠਾਉਣੀ ਹਰ ਮਨੁੱਖ ਦਾ ਫਰਜ਼ ਹੈ। ਇਹ ਤਾਂ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਕਹਿ ਰਹੇ ਨੇ ਕਿ ਇਸ ਨੂੰ ਧਰਮ ਦਾ ਮੁੱਦਾ ਨਾ ਬਣਾਇਆ ਜਾਵੇ। ਇਹ ਧਰਮ ਦਾ ਮੁੱਦਾ ਕਦੋਂ ਬਣਾ ਕੇ ਅਸੀਂ ਬੋਲ ਰਹੇ ਹਾਂ? ਇਹ ਤਾਂ ਕਹੋ ਕਿ ਅਸੀਂ ਨਿਰਭਇਆ ਕਹਿਣ ਦੇ ਵੇਲੇ ਨਾ ਬੋਲੇ ਹੋਈਏ ਜਦੋਂ ਉਹ ਕਾਂਡ ਵਾਪਰਿਆ ਸੀ। ਇਹ ਤਾਂ ਕਹੋ ਜੇਕਰ ਅਸੀਂ ਆਸਿਫਾ ਦੇ ਸਮੇਂ ਨਾ ਬੋਲੇ ਹੋਈਏ। ਇਹ ਤਾਂ ਕਹੋ ਜੇਕਰ ਅਸੀਂ ਹਾਥਰਸ ਕਾਂਡ ਦੇ ਸਮੇਂ ਨਾ ਬੋਲੇ ਹੋਈਏ। ਜਦੋਂ ਵੀ ਇਸ ਦੇਸ਼ ਦੇ ਵਿੱਚ ਕੋਈ ਵੀ ਐਵੇਂ ਦਾ ਘਿਨਾਉਣਾ ਵਰਤਾਰਾ ਵਾਪਰਦਾ ਹੈ, ਇੱਕ ਘੱਟ ਗਿਣਤੀ ਕੌਮੀਅਤ ਦੇ ਹੋਣ ਦੇ ਬਾਵਜੂਦ ਅਸੀਂ ਆਵਾਜ਼ ਬੁਲੰਦ ਕਰਦੇ ਹਾਂ। ਔਰ ਦੂਸਰੀ ਗੱਲ, ਬੇਸ਼ੱਕ ਪਹਿਲਾਂ ਸੀ ਕਿ ਦਿੱਲੀ ਦੇ ਵਿੱਚ ਇਹ ਵਰਤਾਰਾ ਵਾਪਰਿਆ ਇੱਕ ਬੱਚੀ ਦੇ ਨਾਲ, ਵਿਆਹੁਤਾ ਬੱਚੀ ਦੇ ਨਾਲ। ਉਸ ਤੋਂ ਬਾਅਦ ਮੀਡੀਆ ਦੇ ਵਿੱਚ ਖਬਰਾਂ ਆਈਆਂ ਸਿੱਖ ਬੱਚੀ ਹੈ। ਉਸ ਤੋਂ ਬਾਅਦ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਸਿੱਖ ਪਰਿਵਾਰ ਦੀ ਬੱਚੀ ਨਹੀਂ ਹੈ, ਧਾਰਮਿਕ ਮੁੱਦਾ ਨਾ ਬਣਾਓ। ਪਰ ਕੀ ਜੇ ਸਿੱਖ ਪਰਿਵਾਰ ਦੀ ਬੱਚੀ ਨਹੀਂ ਹੈ ਤੇ ਉਹਦੇ ਬਾਰੇ ਆਵਾਜ਼ ਨਹੀਂ ਉਠਾਈ ਜਾਣੀ ਚਾਹੀਦੀ? ਵੈਸੇ ਜਿੰਨੇ ਵੀਰ ਸਾਡੇ ਨਾਲ ਜੁੜੇ ਹੋਏ ਜਾਂ ਜਿਹੜੇ ਜਾਣ ਪਛਾਣ ਦੇ ਵਿੱਚ ਨੇ, ਜਿੰਨਿਆਂ ਨੇ ਜਾ ਕੇ ਉਸ ਕਸਤੂਰਬਾ ਨਗਰ ਦੇ ਵਿੱਚ ਜਿੱਥੇ ਇਹ ਘਟਨਾਕ੍ਰਮ ਵਾਪਰਿਆ, ਜਦੋਂ ਉਸ ਸਾਰੇ ਦੀ ਪੜਤਾਲ ਕੀਤੀ ਹੈ ਤਾਂ ਇੱਕ ਗੱਲ ਬੜੀ ਸਪਸ਼ਟ ਹੈ। ਬੇਸ਼ੱਕ ਕਿ ਕੁਝ ਕਾਨੂੰਨੀ ਦਾਅ ਪੇਚਾਂ ਦੇ ਕਰਕੇ ਜਾਂ ਫਿਰ ਕਾਨੂੰਨੀ ਪ੍ਰਕਿਰਿਆ ਦੇ ਕਰਕੇ ਅਸੀਂ ਉਸ ਬੱਚੀ ਦਾ ਨਾਮ ਮੀਡੀਆ ਦੇ ਵਿੱਚ ਨਹੀਂ ਲੈ ਸਕਦੇ, ਪਰ ਅਖੌਤੀ ਦਲਿਤ ਬਰਾਦਰੀ ਨਾਲ ਸੰਬੰਧਿਤ ਇਹ ਬੱਚੀ, ਮੈਂ ਅਖੌਤੀ ਸ਼ਬਦ ਇਸ ਕਰਕੇ ਵਰਤਿਆ ਹੈ ਕਿ ਸਿੱਖ ਧਰਮ ਜਿਹੜਾ ਹੈ ਉਹ ਜਾਤੀ ਪ੍ਰਥਾ ਨੂੰ ਮਾਨਤਾ ਨਹੀਂ ਦਿੰਦਾ। ਸਾਨੂੰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਇਹ ਕਰ ਦਿੱਤੀ ਹੈ ਕਿ ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਤਿਨ ਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਸੋ ਜਾਤ ਪਾਤ, ਵਰਨ ਵੰਡ, ਵਖਰੇਵੇਂ, ਊਚ ਨੀਚ, ਵਰਨ, ਇਹ ਸਭ ਕੁਝ ਸਿੱਖ ਧਰਮ ਦੇ ਵਿੱਚ ਨਹੀਂ ਹੈ। ਬੇਸ਼ੱਕ ਹੈ ਕਿ ਪ੍ਰੈਕਟੀਕਲੀ ਅਸੀਂ ਵੇਖਦੇ ਹਾਂ ਕਿ
ਇਸ ਦਾ ਕੋਈ ਬਹੁਤਾ ਵਧੀਆ ਰੂਪ ਸਾਡੇ ਸਾਹਮਣੇ ਵੇਖਣ ਦੇ ਵਿੱਚ ਨਹੀਂ ਆਉਂਦਾ। ਕਿਤੇ ਨਾ ਕਿਤੇ ਇਹ ਭਿੰਨ ਭੇਦ ਜਾਰੀ ਹੈ, ਪਰ ਅਸੀਂ ਆਪਣੇ ਧਰਮ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਤੁਰਨਾ ਹੈ। ਜਿਹੜੇ ਵੀਰ ਉਸ ਇਲਾਕੇ ਦੇ ਵਿੱਚ, ਉਸ ਖਿੱਤੇ ਦੇ ਵਿੱਚ ਜਿੱਥੇ ਇੱਕ ਘਿਨਾਉਣਾ ਵਰਤਾਰਾ ਵਾਪਰਿਆ, ਜਿਹੜੇ ਉੱਥੇ ਇਸ ਦੇ ਬਾਰੇ ਜਾਂਚ ਕਰਨ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਗਏ ਨੇ, ਉਹਨਾਂ ਨੇ ਉਸ ਬੱਚੀ ਦਾ ਜਿਹੜਾ ਨਾਮ ਦੱਸਿਆ ਹੈ, ਉਸ ਦੇ ਨਾਮ ਦੇ ਪਿੱਛੇ ਕੌਰ ਲੱਗਦਾ ਹੈ, ਭਾਵੇਂ ਕਿ ਘਰ ਦੇ ਵਿੱਚ ਉਸ ਨੂੰ ਛੋਟੇ ਨਾਮ ਦੇ ਨਾਲ ਬੁਲਾਇਆ ਜਾਂਦਾ ਸੀ। ਉਹ ਅਕਸਰ ਸਾਡੇ ਬਹੁਤ ਸਾਰੇ ਸ਼ਹਿਰੀ ਪਰਿਵਾਰਾਂ ਦੇ ਵਿੱਚ, ਹੁਣ ਤਾਂ ਪੇਂਡੂ ਪਰਿਵਾਰਾਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਕਿ ਛੋਟਾ ਨਾਮ ਬੱਚੀ ਦਾ ਕੌਰ ਤੋਂ ਬਿਨਾਂ ਹੁੰਦਾ ਹੈ ਤੇ ਵੱਡਾ ਨਾਮ ਜਿਹੜਾ ਸਰਟੀਫਿਕੇਟ ਦੇ ਉੱਪਰ ਹੁੰਦਾ ਉਹਦੇ ਪਿੱਛੇ ਕੌਰ ਲੱਗਦਾ ਹੈ। ਦੂਸਰੀ ਗੱਲ, ਬਹੁਤ ਸਾਰੀਆਂ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਐਸੀਆਂ ਬਰਾਦਰੀਆਂ ਨੇ, ਮੈਂ ਫਿਰ ਗਲਤ ਸ਼ਬਦ ਇੱਥੇ ਨਹੀਂ ਵਰਤੂੰਗਾ, ਜਿਨ੍ਹਾਂ ਦੇ ਵਿੱਚ ਜੇਕਰ ਇੱਕ ਭਰਾ ਸਰਦਾਰ ਹੈ ਤੇ ਦੂਜਾ ਭਰਾ ਜਿਹੜਾ ਉਹ ਕਿਸੇ ਹੋਰ ਮਾਨਤਾ ਦੇ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਇਹ ਕਹਿ ਦੇਣਾ ਕਿ ਦੋਵੇਂ ਇੱਕੋ ਬਰਾਦਰੀ ਦੇ ਨਾਲ ਨੇ, ਇਹ ਉਹਨਾਂ ਦਾ ਪਰਿਵਾਰਕ ਮਸਲਾ ਹੈ ਤੇ ਇਸ ਮਸਲੇ ਨੂੰ ਨਾ ਉਠਾਇਆ ਜਾਵੇ, ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬਹੁਤ ਵੱਡੀ ਨਾ ਇਨਸਾਫੀ ਤੇ ਅਨੈਤਿਕਤਾ ਭਰਿਆ ਕਰਮ ਹੈ। 26 ਜਨਵਰੀ ਨੂੰ ਬੱਚੀ ਦੇ ਨਾਲ ਇੱਕ ਘਿਨਾਉਣਾ ਵਰਤਾਰਾ ਵਾਪਰਦਾ ਹੈ। ਮੈਂ ਪਹਿਲਾਂ ਵੀ ਦੱਸਿਆ ਕਿ ਨਾਮ ਦਾ ਤੇ ਪਤਾ ਹੈ, ਪਰ ਕੁਝ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਨਾਮ ਤੇ ਪਛਾਣ ਜਿਹੜੀ ਹੈ ਉਹ ਗੁਪਤ ਰੱਖੀ ਜਾਂਦੀ ਹੈ। ਜ਼ਿਆਦਾਤਰ ਇਹ ਗੱਲ ਸੋਸ਼ਲ ਮੀਡੀਆ ਦੇ ਵਿੱਚ ਆਈ ਤੇ ਮੇਨ ਸਟ੍ਰੀਮ ਮੀਡੀਆ ਤਕਰੀਬਨ ਇਹਦੇ ਉੱਪਰ ਚੁੱਪੀ ਧਾਰ ਕੇ ਬੈਠਾ ਸੀ। ਔਰ ਦਿੱਲੀ ਦੇ ਉਹ ਲੋਕ ਜਿਹੜੇ ਕਦੀ ਨਿਰਭਇਆ ਕਾਂਡ ਦੇ ਸਮੇਂ ਜਾਂ ਫਿਰ ਹੋਰ ਕਈ ਐਸੇ ਵਰਤਾਰਿਆਂ ਦੇ ਸਮੇਂ ਸ਼ਰੇਆਮ ਸੜਕਾਂ ਦੇ ਉੱਪਰ ਆ ਉਤਰੇ ਸਨ, ਅੱਜ ਉਹ ਖਾਮੋਸ਼ ਸਨ। ਇੱਥੋਂ ਤੱਕ ਕਿ ਬਹੁਤ ਸਾਰੇ ਆਪਣੇ ਆਪ ਨੂੰ ਨਾਰੀ ਹੱਕਾਂ ਦੇ, ਮਨੁੱਖੀ ਹੱਕਾਂ ਦੇ ਰੱਖਿਅਕ ਦੱਸਣ ਵਾਲੇ ਜਿਹੜੇ ਲੋਕ ਸੀ, ਜਿਹੜੇ ਉਸ ਸਮੇਂ ਕੈਂਡਲ ਮਾਰਚ ਤੇ ਮਸ਼ਾਲ ਮਾਰਚ ਕਰਦੇ ਫਿਰਦੇ ਸੀ, ਇਸ ਵਾਰੀ ਇਸ ਵਰਤਾਰੇ ਦੇ ਵਿੱਚ ਉਹਨਾਂ ਵੱਲੋਂ ਕੋਈ ਬਹੁਤੀ ਸਰਗਰਮੀ ਵੇਖਣ ਦੇ ਵਿੱਚ ਨਹੀਂ ਆਈ। ਕਾਰਨ ਦੋ ਹੀ ਨੇ, ਜਾਂ ਤਾਂ ਬੱਚੀ ਦਲਿਤ ਹੈ ਤੇ ਜਾਂ ਫਿਰ ਕਿਤੇ ਨਾ ਕਿਤੇ ਸਿੱਖਾਂ ਨਾਲ ਜੁੜਦੀ ਹੈ। ਇਸ ਵਰਤਾਰੇ ਨੂੰ ਸਮਝਣਾ ਪਵੇਗਾ। ਬਾਅਦ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ, ਕਹਿ ਸਕਦੇ ਹੋ ਕਿ ਉਹਨਾਂ ਤੱਕ ਰਾਫਤਾ ਵੀ ਕੀਤਾ। ਇਹ ਸਿੱਖ ਜਥੇਬੰਦੀਆਂ ਉਹ ਕੋਈ ਦਾਅਵੇ ਵਾਲੀਆਂ ਜਥੇਬੰਦੀਆਂ ਨਹੀਂ ਹੈ ਜਿਹੜੀਆਂ ਪੰਜਾਬ ਦੇ ਵਿੱਚ ਕਦੀ ਬੜੇ ਵੱਡੇ ਕਹਿ ਸਕਦੇ ਹੋ ਅਖਬਾਰਾਂ ਦੇ ਵਿੱਚ ਬਿਆਨ ਦਿੰਦੀਆਂ ਨੇ, ਕਦੀ ਆਪਣੇ ਆਪ ਨੂੰ ਪੰਥ ਦੀਆਂ ਮੋਢੀ ਦੱਸਦੀਆਂ ਨੇ, ਕਦੀ ਆਪਣੇ ਆਪ ਨੂੰ ਖਾਲਸਾ ਰਾਜ ਦੀਆਂ ਮੋਢੀ ਦੱਸਦੀਆਂ ਨੇ। ਇਹ ਉਹਨਾਂ ਜਥੇਬੰਦੀਆਂ ਦੇ ਵੱਲੋਂ ਕੋਈ ਬਹੁਤ ਵੱਡਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਜੇ ਆਇਆ ਹੈ ਤਾਂ ਸਾਡੇ ਕੁਝ ਵੀਰ ਜਿਹੜੇ ਆਪਣੇ ਆਪ ਤੇ ਨਿੱਜੀ ਹਿੱਤਾਂ ਨੂੰ ਛੱਡ ਕੇ ਪੰਥਕ ਹਿੱਤਾਂ ਦੇ ਨਾਲ ਜੁੜੇ ਹੋਏ ਨੇ, ਤੇ ਉਹ ਕਿਤੇ ਨਾ ਕਿਤੇ ਸਿੱਖਾਂ ਦੀ ਆਵਾਜ਼ ਉਠਾਉਣ ਦੇ ਵਾਸਤੇ ਇੱਕ ਮੀਡੀਆ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਨੇ। ਉਹਨਾਂ ਦੇ ਵਿੱਚ ਪੱਪਲਪ੍ਰੀਤ ਸਿੰਘ ਵੀ ਹੈ, ਭੁਪਿੰਦਰ ਸਿੰਘ ਸੱਜਣ ਵੀ ਨੇ, ਬਾਬਾ ਬਖਸ਼ੀਸ਼ ਸਿੰਘ ਹੁਣੀ ਵੀ ਨੇ, ਜਾਂ ਹੋਰ ਵੀ ਸਾਡੇ ਬਹੁਤ ਸਾਰੇ ਵੀਰ ਜਿਹੜੇ ਨੇ, ਜਿਨ੍ਹਾਂ ਨੇ ਜਾ ਕੇ ਕਿਤੇ ਨਾ ਕਿਤੇ ਇਸ ਮਸਲੇ ਨੂੰ ਸੋਸ਼ਲ ਮੀਡੀਆ ਦੇ ਵਿੱਚ ਲੈ ਕੇ ਆਉਣ ਦਾ ਯਤਨ ਕੀਤਾ। ਹੁਣ ਉਸ ਬੱਚੀ ਦੇ ਨਾਲ ਜੋ ਕੁਝ ਵਾਪਰਿਆ, ਉਸ ਵਰਤਾਰੇ ਨੂੰ ਸਮਝਣ ਦਾ ਯਤਨ ਕਰੀਏ। ਗੁਆਂਢ ਜਿਹੜਾ, ਉਸ ਗੁਆਂਢ ਦੇ ਵਿੱਚ ਇਹ ਅਪਰਾਧੀ ਕਿਸਮ ਦੇ ਲੋਕ ਰਹਿੰਦੇ ਸੀ, ਭਾਵੇਂ ਕਿ ਉਹਨਾਂ ਦਾ ਸੰਬੰਧ ਉਹਨਾਂ ਦੇ ਕੁਟੁੰਬ ਕਬੀਲੇ ਦੇ ਨਾਲ ਹੀ ਹੋਵੇ। ਸ਼ਰਾਬ, ਹੋਰ ਤਰ੍ਹਾਂ ਦੇ ਨਸ਼ੇ ਤੇ ਬਹੁਤ ਸਾਰੇ ਗੈਰ ਇਖਲਾਕੀ ਕੰਮ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਦੇ ਘਰ ਦੇ ਵਿੱਚ ਚੱਲਦੇ ਸੀ। ਔਰ ਇਹ ਵੀ ਬਹੁਤ ਸਾਰੇ ਸਾਡੇ ਵੀਰਾਂ ਨੇ ਚੈਨਲਾਂ ਦੇ ਉੱਪਰ ਗੁਆਂਢੀਆਂ ਦੇ ਕੋਲੋਂ ਜਾਂ ਉਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲੋਂ ਕੈਮਰੇ ਦੇ ਸਾਹਮਣੇ ਵੀ ਅਖਵਾ ਦਿੱਤਾ ਹੈ ਕਿ ਸਭ ਕੁਝ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਚੱਲਦਾ ਸੀ। ਬੱਚੀ ਦੀ ਉਮਰ 20 ਸਾਲ ਤੋਂ ਉੱਪਰ ਸੀ। ਜੇਕਰ ਪਿਛੋਕੜ ਵਾਲੇ ਪਾਸੇ ਜਾਈਏ ਤਾਂ ਜਿਸ ਸਮੇਂ ਕੁੜੀ ਦੀ ਉਮਰ 16-17 ਸਾਲ ਸੀ, ਉਸ ਸਮੇਂ ਗੁਆਂਢ ਦੇ ਵਿੱਚ 13-14 ਸਾਲ ਦਾ ਮੁੰਡਾ ਉਸ ਨੂੰ ਆਪਣੇ ਨਾਲ ਸੰਬੰਧ ਬਣਾਉਣ ਦੇ ਵਾਸਤੇ ਮਜਬੂਰ ਕਰਦਾ ਆ ਰਿਹਾ ਸੀ, ਅਨੈਤਿਕ ਸੰਬੰਧਾਂ ਦੇ ਵਾਸਤੇ। ਇਹ ਸਾਰਾ ਵਰਤਾਰਾ ਜਿਹੜਾ, ਇਹਦਾ ਜਿਹੜਾ ਪਿਛੋਕੜ ਹੈ ਉਹ 3-4 ਸਾਲ ਤੋਂ ਹੈ, ਜਦੋਂ ਬੱਚੀ ਦੀ ਉਮਰ ਅਜੇ 16-17 ਸਾਲ ਸੀ ਤੇ ਮੁੰਡੇ ਦੀ ਉਮਰ ਜਿਹੜੀ ਹੈ ਉਹ 14 ਸਾਲ ਸੀ। ਲੜਕੇ ਦਾ ਨਾਮ ਬੇਸ਼ੱਕ ਸਾਨੂੰ ਪਤਾ ਹੈ, ਪਰ ਉਹ ਵੀ ਕਹਿ ਸਕਦੇ ਹੋ ਕਿ ਕੁਝ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਮੈਂ ਮੀਡੀਆ ਵਿੱਚ ਤੁਹਾਡੇ ਸਾਹਮਣੇ ਨਹੀਂ ਲਵਾਂਗਾ। ਲੜਕੀ ਵੱਲੋਂ ਬਾਰ-ਬਾਰ ਇਨਕਾਰ ਕੀਤਾ ਜਾਂਦਾ ਰਿਹਾ, ਆਪਣੇ ਬਾਪ ਦਾ ਵਾਸਤਾ ਪਾ ਕੇ। ਬਾਪ ਅਧਰੰਗ ਦਾ ਮਾਰਿਆ ਹੋਇਆ ਮੰਜੀ ਦੇ ਉੱਪਰ। ਬੱਚੀ ਦੀ ਮਾਂ ਦੀ ਮੌਤ ਪਹਿਲਾਂ ਹੋ ਚੁੱਕੀ ਸੀ। ਬੱਚੀ ਦੀ ਇੱਕ ਛੋਟੀ ਭੈਣ, ਇਹ ਇਹਨਾਂ ਦਾ ਪਰਿਵਾਰ ਹੈ। ਉਹ ਬੱਚੀ ਜਿਹੜੀ ਹੈ ਬਾਰ-ਬਾਰ ਇਨਕਾਰ ਕਰਦੀ ਰਹੀ। ਅਖੀਰ ਇਹ ਜਿਹੜਾ ਮੁੰਡਾ ਸੀ, ਇਸ ਨੇ ਖੁਦਕੁਸ਼ੀ ਕਰ ਲਈ। ਔਰ ਖੁਦਕੁਸ਼ੀ ਕਰਨ ਦੇ ਸਮੇਂ, ਇਹ ਕੁਝ ਮਹੀਨੇ ਦੀ ਗੱਲ ਹੈ, ਉਸ ਨੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ
ਜਾਂ ਆਤਮ ਹੱਤਿਆ ਤੋਂ ਪਹਿਲਾਂ ਲਿਖੇ ਪੱਤਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਮੈਂ ਇਸ ਲੜਕੀ ਦੇ ਨਾਲ ਪਿਆਰ ਕੀਤਾ ਸੀ, ਇਹਨੇ ਮੇਰੇ ਪਿਆਰ ਨੂੰ ਸਵੀਕਾਰ ਨਹੀਂ ਕੀਤਾ, ਮੈਂ ਉਹਨੂੰ ਪਾਉਣਾ ਚਾਹੁੰਦਾ ਸੀ, ਇਹ ਮੈਨੂੰ ਬਣੀ ਨਹੀਂ, ਇਹਦਾ ਕਿਤੇ ਵਿਆਹ ਹੋ ਗਿਆ ਤੇ ਮੈਂ ਆਤਮ ਹੱਤਿਆ ਕਰ ਰਿਹਾ। ਸੋ ਮੁੰਡੇ ਦਾ ਜਿਹੜਾ ਪਰਿਵਾਰ ਹੈ ਉਹ ਇਸ ਦੇ ਵਾਸਤੇ ਲੜਕੀ ਨੂੰ ਦੋਸ਼ੀ ਮੰਨ ਰਿਹਾ ਸੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬੱਚੀ ਦਾ ਦੋਸ਼ ਕੀ ਹੈ। ਇਹਦਾ ਮਤਲਬ ਕਿ ਕਿਸੇ ਪਰਿਵਾਰ ਦੀ ਕੋਈ ਵੀ ਬੱਚੀ ਜਿਹੜੀ ਲੋੜਵੰਦ ਹੈ, ਜਿਸ ਦਾ ਬਾਪ ਮੰਜੀ ਤੇ ਪਿਆ ਹੈ, ਮਾਂ ਮਰ ਚੁੱਕੀ ਹੈ, ਜੇਕਰ ਕੋਈ ਨਸ਼ੇ ਵੇਚਣ ਵਾਲਾ, ਕੋਈ ਗੈਰ ਅਖਲਾਕੀ ਕੰਮ ਕਰਨ ਵਾਲਾ ਪਰਿਵਾਰ ਜਿਹਦੇ ਕੋਲ 4 ਪੈਸੇ ਨੇ, ਉਹਨਾਂ ਦਾ ਲੜਕਾ ਚਾਹਵੇ ਤੇ ਉਹ ਉਹਦੇ ਨਾਲ ਸੰਬੰਧ ਬਣਾ ਲਵੇ। ਸੋ ਸਭ ਤੋਂ ਵੱਡੀ ਗੱਲ ਕਿ ਸਮਾਜ ਦੇ ਉੱਪਰ ਇੱਕ ਬਹੁਤ ਵੱਡਾ ਧੱਬਾ ਹੈ ਕਿ ਜਦੋਂ ਉਸ ਮੁੰਡੇ ਦਾ ਪਰਿਵਾਰ ਸਮੇਤ ਔਰਤਾਂ ਦੇ, ਜਿਨ੍ਹਾਂ ਨੇ, ਮੈਂ ਸੋਚਦਾ ਕਿ ਔਰਤ ਜਾਤੀ ਨੂੰ ਵੀ ਇਸ ਪੱਖ ਤੋਂ ਇੱਕ ਕਲੰਕਿਤ ਕਰ ਦਿੱਤਾ ਹੈ, ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ, ਤੇ ਇਹ ਇੱਕ ਸਮਾਜ ਦੇ ਉੱਪਰ ਬਹੁਤ ਵੱਡਾ ਧੱਬਾ ਹੈ। ਇਸ ਬੱਚੀ ਦਾ ਬੇਸ਼ੱਕ ਵਿਆਹ ਕਰ ਦਿੱਤਾ ਗਿਆ ਸੀ, ਪਰ ਇਹ ਜਿਹੜਾ ਅਪਰਾਧੀ ਕਿਸਮ ਦਾ ਪਰਿਵਾਰ ਸੀ, ਇਹਨਾਂ ਦੇ ਵੱਲੋਂ ਇਸ ਬੱਚੀ ਜਾਂ ਉਸਦੇ ਘਰ ਵਾਲੇ ਨੂੰ ਧਮਕੀਆਂ ਆਉਂਦੀਆਂ ਸੀ। ਇਹ ਕਦੀ ਕਿਤੇ ਰਹਿੰਦੇ ਸੀ, ਕਦੀ ਕਿਤੇ ਰਹਿੰਦੇ ਸੀ, ਤੇ ਇਸ ਵੇਲੇ ਇਹ ਜ਼ਿਲ੍ਹਾ ਸ਼ਾਹਦਰਾ ਦਿੱਲੀ ਦੇ ਵਿੱਚ ਇਲਾਕਾ ਕੜਕੜਡੂਮਾ ਹੈ, ਉੱਥੇ ਇਹ ਰਹਿ ਰਹੇ ਸੀ। ਇਹਦੇ ਉੱਪਰ ਕਹਿ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਰੇਕੀ ਕੀਤੀ ਜਾ ਰਹੀ ਸੀ ਕਿ ਕੁੜੀ ਕਿੱਥੇ ਰਹਿ ਰਹੀ ਹੈ, ਇਸ ਦੀ ਪੂਰੀ ਜਾਸੂਸੀ ਕੀਤੀ ਗਈ। ਅਖੀਰ ਕੁੜੀ ਘਰੋਂ ਕਰਿਆਨੇ ਦੀ ਦੁਕਾਨ ਦੇ ਉੱਪਰ ਕੁਝ ਸਮਾਨ ਲੈਣ ਵਾਸਤੇ ਆਈ। ਜਦੋਂ ਮੁੰਡਾ ਜਿਹੜਾ ਹੈ, ਉਸ ਦਾ ਪਰਿਵਾਰ, ਜਿਹੜੇ ਮੁੰਡੇ ਦੀ ਮੌਤ ਹੋ ਚੁੱਕੀ ਹੈ, ਉਹਦੇ ਪਰਿਵਾਰ ਦੀਆਂ 10 ਔਰਤਾਂ ਨੇ, ਨਾਲ 2 ਨਾਬਾਲਗ ਬੱਚੇ, ਤਕਰੀਬਨ 12 ਕਹਿ ਸਕਦੇ ਹੋ ਕਿ ਲੋਕਾਂ ਨੇ ਜਾ ਕੇ ਉਸ ਕੁੜੀ ਨੂੰ ਕੜਕੜਡੂਮਾ ਦੇ ਭਰੇ ਬਾਜ਼ਾਰ ਦੇ ਵਿੱਚੋਂ ਅਗਵਾ ਕੀਤਾ ਤੇ ਤਕਰੀਬਨ 3 ਵੀਲਰ ਦੇ ਉੱਪਰ, ਇਹ ਸਫ਼ਰ ਕੋਈ 30 ਤੋਂ 35 ਮਿੰਟ ਦਾ ਬਣਦਾ ਹੈ ਉੱਥੋਂ ਦੇ ਪ੍ਰਤੱਖਦਰਸ਼ੀਆਂ ਦੇ ਅਨੁਸਾਰ, ਤੇ ਕੜਕੜਡੂਮਾ ਤੋਂ ਅਗਵਾ ਕਰਕੇ ਉਸ ਬੱਚੀ ਨੂੰ ਕਸਤੂਰਬਾ ਨਗਰ ਲਿਆਂਦਾ ਗਿਆ, ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਕਸਤੂਰਬਾ ਨਗਰ ਉਹ ਇਲਾਕਾ ਜਿੱਥੇ ਬੱਚੀ ਨੇ ਜਨਮ ਲਿਆ ਸੀ, ਜਿੱਥੇ ਬੱਚੀ ਆਪਣੀ ਮਾਂ ਦੀ ਗੋਦ ਦੇ ਵਿੱਚ ਖੇਡੀ ਸੀ, ਜਿੱਥੇ ਬੱਚੀ ਨੇ ਆਪਣਾ ਬਚਪਨ ਬਿਤਾਇਆ ਸੀ, ਔਰ ਜਿੱਥੇ ਬੱਚੀ ਛੋਟੀ ਹੁੰਦੀ ਖੇਡਦੀ ਰਹੀ ਹੈ, ਜਿੱਥੇ ਆਲੇ ਦੁਆਲੇ ਦੇ ਲੋਕ ਸਾਰੇ ਉਸ ਨੂੰ ਜਾਣਦੇ ਸਨ। ਉਸੇ ਹੀ ਇਲਾਕੇ ਦੇ ਵਿੱਚ, ਭਾਵ ਉਹਦੇ ਪੇਕੇ ਘਰ ਦੇ ਕੋਲ, ਉਹਦੇ ਬਿਲਕੁਲ ਗੁਆਂਢ ਦੇ ਵਿੱਚ 3 ਵੀਲਰ ਦੇ ਵਿੱਚ ਅਗਵਾ ਕਰਕੇ ਲਿਆਂਦਾ ਗਿਆ, ਜਿਨ੍ਹਾਂ ਦੇ ਵਿੱਚ 8 ਔਰਤਾਂ ਔਰ 2 ਬੱਚੇ ਤੇ 3 ਮਰਦ, ਜਿਹੜੇ ਉਹਨਾਂ ਦੀ ਗੱਲ ਸਾਹਮਣੇ ਆ ਰਹੀ ਹੈ। ਕੁਝ ਸਰੋਤਾਂ ਦੇ ਮੁਤਾਬਕ 8 ਔਰਤਾਂ, 1 ਮਰਦ ਤੇ 2 ਬੱਚੇ, ਟੋਟਲ 11 ਜਾਣੇ। ਬੱਚੀ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਗਿਆ, ਕੁੱਟਮਾਰ ਕੀਤੀ ਗਈ, ਡੰਡਿਆਂ ਦੇ ਨਾਲ ਕੁੱਟਿਆ ਗਿਆ, ਬੈਲਟਾਂ ਦੇ ਨਾਲ ਕੁੱਟਿਆ ਗਿਆ। ਔਰ ਸੱਚ ਜਾਣਿਓ, ਜਿਹੜੀ ਵੀਡੀਓ ਦੇ ਵਿੱਚ ਜਿਹੜੀਆਂ ਉਹ ਔਰਤਾਂ ਨੇ, ਉਹਨਾਂ ਔਰਤਾਂ ਦੇ ਵੱਲੋਂ ਜਿਹੜੀ ਵਰਤੀ ਜਾ ਰਹੀ ਸ਼ਬਦਾਵਲੀ ਹੈ, ਉਹ ਇੰਨੀ ਜ਼ਿਆਦਾ ਇਖਲਾਕ ਤੋਂ ਗਿਰੀ ਹੋਈ ਹੈ ਕਿ ਮਰਦ ਦੇ ਵਾਸਤੇ ਵੀ ਸੁਣਨੀ ਔਖੀ ਹੈ, ਜਿਸ ਤਰ੍ਹਾਂ ਦੀ ਉਹ ਗੰਦਗੀ ਆਪਣੀ ਜ਼ੁਬਾਨ ਚੋਂ ਕੱਢ ਰਹੀਆਂ ਨੇ। ਬੱਚੀ ਨੂੰ ਕੱਪੜੇ ਪਾੜ ਕੇ ਅਰਧਨੰਗਾ ਕਰ ਦਿੱਤਾ ਗਿਆ। ਪੁਲਿਸ ਦੀਆਂ ਰਿਪੋਰਟਾਂ, ਬੇਸ਼ੱਕ ਅਜੇ ਤੱਕ ਨਾ ਤਾਂ FIR ਜਿਹੜੀ ਹੈ ਉਹਦੀ ਕੋਈ ਕਾਪੀ ਮਿਲੀ ਹੈ, ਨਾ ਉਸ ਬੱਚੇ ਦੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਨੇ ਉਹ ਸਾਹਮਣੇ ਆਈਆਂ ਨੇ, ਪਰ ਫਿਰ ਵੀ ਉੱਥੋਂ ਦੇ ਕਹਿ ਸਕਦੇ ਹੋ ਕਿ ਜਿਹੜੀਆਂ ਖਬਰਾਂ ਬਾਹਰ ਆਈਆਂ ਨੇ ਉਹਦੇ ਅਨੁਸਾਰ 3 ਵਿਅਕਤੀਆਂ ਨੇ ਬੱਚੀ ਦੇ ਨਾਲ ਜਬਰ ਜਨਾਹ ਕੀਤਾ। ਉਸ ਤੋਂ ਬਾਅਦ ਵਾਲ ਕੱਟ ਕੇ ਬੱਚੀ ਦਾ ਮੂੰਹ ਕਾਲਾ ਕਰ ਦਿੱਤਾ ਗਿਆ, ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ, ਔਰ ਉਸੇ ਹੀ ਬਾਜ਼ਾਰ ਦੇ ਵਿੱਚ, ਜਿਸ ਬਾਜ਼ਾਰ ਦੇ ਵਿੱਚ ਬੱਚੀ ਕਦੀ ਖੇਡਿਆ ਕਰਦੀ ਸੀ, ਉਹਦੇ ਪੇਕਿਆਂ ਦੇ ਘਰ ਦੇ ਸਾਹਮਣੇ ਤਕਰੀਬਨ ਪੌਣਾ ਘੰਟਾ ਉਸ ਬੱਚੀ ਨੂੰ ਮੂੰਹ ਕਾਲਾ ਕਰਕੇ, ਵਾਲ ਕੱਟ ਕੇ, ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਘੁਮਾਇਆ ਗਿਆ, ਗਾਲਾਂ ਕੱਢੀਆਂ ਗਈਆਂ, ਲੋਕਾਂ ਦੇ ਸਾਹਮਣੇ ਕੁੱਟਿਆ ਗਿਆ। ਔਰ ਤੁਸੀਂ ਵੇਖੋ ਕਿ ਦਿੱਲੀ ਦੇ ਉਸ ਇਲਾਕੇ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਇਹ ਜ਼ਰੂਰਤ ਨਹੀਂ ਹੈ, ਇਸ ਤਰ੍ਹਾਂ ਦੇ ਅਪਰਾਧੀ ਕਿਸਮ ਦੇ ਲੋਕ ਸੀ, ਕਿ ਇਸ ਘਿਨੌਣੇ ਵਾਪਰ ਰਹੇ ਵਰਤਾਰੇ ਦੇ ਖਿਲਾਫ ਆਵਾਜ਼ ਜਿਹੜੀ ਉਠਾਈ ਜਾ ਸਕੇ। ਕੁੜੀ ਦੀ ਛੋਟੀ ਭੈਣ ਜਿਹੜੀ ਸੀ, ਉਹ ਕਿਸੇ ਤਰ੍ਹਾਂ ਘਰੋਂ ਨਿਕਲ ਕੇ ਥਾਣੇ ਗਈ, ਜਾ ਕੇ ਉਸਨੇ ਰਿਪੋਰਟ ਦਰਜ ਕਰਾਈ ਜਾਂ ਫਿਰ ਸ਼ਿਕਾਇਤ ਜਿਹੜੀ ਸੀ ਉਹ ਕੀਤੀ। ਔਰ ਤੁਸੀਂ ਵੇਖੋ ਕਿ ਜੋ ਕੁਝ ਹੋ ਰਿਹਾ ਹੈ, ਚਾਹੇ ਉਸ ਬੱਚੀ ਨੂੰ ਕੜਕੜਡੂਮਾ ਤੋਂ ਅਗਵਾ ਕੀਤਾ ਗਿਆ, ਚਾਹੇ ਉਸ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਗਿਆ, ਚਾਹੇ ਉਸ ਨੂੰ ਕੁੱਟਿਆ ਗਿਆ, ਚਾਹੇ ਉਸ ਦੇ ਬਾਰੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ, ਜਾਂ ਫਿਰ ਉਸ ਦੇ ਕੱਪੜੇ ਪਾੜੇ ਗਏ, ਜਾਂ ਫਿਰ ਉਹ ਜਿਹੜੀਆਂ ਔਰਤਾਂ ਨੇ, ਬਦਚਲਨ ਔਰਤਾਂ ਮੈਂ ਕਹਿ ਸਕਦੀ ਹਾਂ, ਜਿਹੜੀਆਂ ਘਰ ਦੇ ਮਰਦਾਂ ਨੂੰ ਉਸ ਬੱਚੀ ਦੇ ਨਾਲ ਬਲਾਤਕਾਰ ਕਰਨ ਦੇ ਵਾਸਤੇ ਉਕਸਾ ਰਹੀਆਂ ਨੇ, ਇਸ ਸਭ ਕੁਝ ਦੀ ਵੀਡੀਓਗ੍ਰਾਫੀ ਕੀਤੀ ਗਈ।
ਤੁਸੀਂ ਵੇਖਿਆ ਮੀਡੀਆ ਦੇ ਉੱਪਰ। ਹੁਣ ਤੁਸੀਂ ਵੇਖੋ ਕਿ ਉਸ ਬੱਚੀ ਨੂੰ ਕਿਸ ਮਾਨਸਿਕ ਅਵਸਥਾ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੋਵੇਗਾ। ਤੇ ਹੁਣ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ, ਲਾਂਭੇ ਕਰ ਦਈਏ ਇਹ ਗੱਲ ਕਿ ਉਹ ਸਿੱਖਾਂ ਦੀ ਬੱਚੀ ਹੈ। ਜੇਕਰ ਉਹ ਇੱਕ ਆਮ ਗਰੀਬ ਪਰਿਵਾਰ ਦੀ ਬੱਚੀ ਵੀ ਹੈ ਜਿਹਦੇ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ, ਤਾਂ ਵੀ ਦਿੱਲੀ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਸਮਾਜ ਸੇਵਾ ਦੀ ਗੱਲ ਕਰਦੀਆਂ ਨੇ, ਜਿਹੜੀ ਦਿੱਲੀ ਦੀ ਸਰਕਾਰ ਕਹਿੰਦੀ ਹੈ ਕਿ ਦਿੱਲੀ ਦੀ ਹਰ ਨੁੱਕਰ ਦੇ ਉੱਪਰ ਕੈਮਰੇ ਲੱਗੇ ਹੋਏ ਨੇ, ਜਿਹੜੀ ਸਰਕਾਰ ਕੇਂਦਰ ਦੇ ਵਿੱਚ ਬਹਿ ਕੇ ਕਹਿੰਦੀ ਹੈ ਕਿ ਸਭ ਕਾ ਸਾਥ ਔਰ ਸਭ ਕਾ ਵਿਕਾਸ, ਉਸ ਦੇਸ਼ ਦੀ ਰਾਜਧਾਨੀ ਦੇ ਵਿੱਚ ਲੋਕਾਂ ਦੀ ਨੈਤਿਕਤਾ ਕਿੱਥੇ ਚਲੀ ਗਈ, ਕਿੱਥੇ ਚਲੀਆਂ ਗਈਆਂ ਇਹ ਸੰਸਥਾਵਾਂ। ਔਰ ਜੇਕਰ ਅਸੀਂ ਦਿੱਲੀ ਦੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਪੁਲਿਸ ਜਿਹੜੀ ਕੇਂਦਰ ਦੇ ਅਧੀਨ ਹੈ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹਨੂੰ ਦੋਸ਼ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਕਿ ਜੋ ਕੁਝ ਹੋਇਆ ਹੈ ਉਹਦੇ ਵਿੱਚ ਮੈਂ ਕਹਿੰਦਾ ਕਿ ਸਾਰਿਆਂ ਨੂੰ ਸਮੇਤ ਅਸੀਂ ਵੀ ਜਿੰਨੇ ਵੀ ਲੋਕ ਆ, ਕਿਤੇ ਨਾ ਕਿਤੇ ਜ਼ਿੰਮੇਵਾਰੀ ਤੋਂ ਸਮਾਜ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਕਿ ਜਿਸ ਵੇਲੇ ਨਿਰਭਇਆ ਕਾਂਡ ਵਾਪਰਿਆ ਸੀ ਦਿੱਲੀ ਦੇ ਵਿੱਚ, ਉਸ ਵੇਲੇ ਅੱਜ ਦੇ ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਸੀ ਕਿ ਦਿੱਲੀ ਦੇ ਵਿੱਚ ਜਿਹੜੀ ਸ਼ੀਲਾ ਦੀਕਸ਼ਿਤ ਸਰਕਾਰ ਹੈ ਵੀ ਉਹ ਹੁਣ ਬਿਲਕੁਲ ਖਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਜੇਕਰ ਅੱਜ ਉਹਦੇ ਪ੍ਰਧਾਨ ਮੰਤਰੀ ਹੁੰਦਿਆਂ ਇਹ ਵਰਤਾਰਾ ਵਾਪਰਿਆ ਤਾਂ ਬੇਸ਼ੱਕ ਇਹ ਗੱਲ ਉਹਨੇ ਟਵੀਟ ਕਰਕੇ ਕਹੀ ਹੈ ਅਰਵਿੰਦ ਕੇਜਰੀਵਾਲ ਨੇ ਕਿ ਪੀੜਤ ਪਰਿਵਾਰ ਨੂੰ 10 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇਗਾ। ਉਹਦੇ ਨਾਲ ਇੱਕ ਗੱਲ ਹੋਰ ਵੀ ਆਈ ਹੈ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਕੇਸ ਦਾ ਫੈਸਲਾ ਕੀਤਾ ਜਾਵੇਗਾ। ਮੈਂ ਪਹਿਲੀ ਗੱਲ ਦੇ ਨਾਲ ਠੀਕ ਹੈ, ਪਰਿਵਾਰ ਲੋੜਵੰਦ ਹੈ, ਤੇ ਪਰ ਇੱਕ ਗੱਲ ਹੈ ਕਿ ਪੈਸਿਆਂ ਦੇ ਨਾਲ ਕਦੀ ਇੱਜ਼ਤ ਵਾਪਸ ਨਹੀਂ ਆਉਂਦੀ। ਲੋੜਵੰਦ ਪਰਿਵਾਰ ਦੀ ਪਹਿਲੀ ਲੋੜ ਪੈਸਾ ਨਹੀਂ ਹੈ। ਮੇਰੇ ਖਿਆਲ ਦੇ ਨਾਲ ਜਿਹੜੀ ਦੂਜੀ ਗੱਲ ਲਿਖੀ ਹੈ, ਜੇਕਰ ਦਿੱਲੀ ਦੀ ਸਰਕਾਰ ਉਸ ਗੱਲ ਦੇ ਉੱਪਰ ਅਮਲ ਕਰੇ ਨਾ ਤੇ ਉਹ ਬਹੁਤ ਜ਼ਰੂਰੀ ਹੈ ਕਿ ਇਹ ਜਿੰਨੇ ਵੀ ਦੋਸ਼ੀ ਨੇ ਜਿਨ੍ਹਾਂ ਦੇ ਉੱਪਰ ਆ ਹੁਣ ਜਿਹੜੀ ਮੇਰੇ ਕੋਲ ਖਬਰ ਪਹੁੰਚੀ ਹੈ, ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀ ਪੁਲਿਸ ਦੀ ਚੌਂਕੀ ਉੱਤੋਂ ਤਕਰੀਬਨ 90 ਤੋਂ 100 ਮੀਟਰ ਦੀ ਦੂਰੀ ਤੇ ਹੈ, ਔਰ ਤਕਰੀਬਨ 700 ਮੀਟਰ ਦੇ ਉੱਪਰ ਜਿਹੜਾ ਉਹ ਪੁਲਿਸ ਦਾ ਥਾਣਾ ਹੈ ਉੱਥੇ ਕਸਤੂਰਬਾ ਨਗਰ ਦੇ ਵਿੱਚ। ਤੇ ਤਕਰੀਬਨ ਕਹਿ ਸਕਦੇ ਹੋ ਕਿ ਜਿਹੜਾ ਕੇਸ ਦਰਜ ਕੀਤਾ ਗਿਆ ਉਹਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਵਿੱਚ 363 ਅਗਵਾ ਕਰਨਾ, 376 ਜਬਰੀ ਬਲਾਤਕਾਰ ਕਰਨਾ, ਉਸ ਤੋਂ ਬਾਅਦ 147 148 ਤੇ 149 ਜਿਨ੍ਹਾਂ ਦੇ ਵਿੱਚ ਹਿੰਸਕ ਵਰਤਾਰਾ, ਬਹੁਤ ਲੋਕਾਂ ਦੁਆਰਾ ਇਕੱਠੇ ਹੋ ਕੇ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਘਿਨਾਉਣਾ ਜਿਹੜਾ ਉਹ ਕਰਮ ਕਰਨਾ, ਤੇ ਉਹਨਾਂ ਲੋਕਾਂ ਵੱਲੋਂ ਕਰਮ ਕਰਨਾ ਜਿਹੜੇ ਪਹਿਲਾਂ ਵੀ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਲ ਨੇ। ਤੇ ਉਸ ਤੋਂ ਬਾਅਦ 120 ਵੀ ਅਕਸਰ ਜਿੱਥੇ ਬਹੁਤ ਸਾਰੇ ਲੋਕ ਮਿਲ ਕੇ ਸਲਾਹ ਕਰਕੇ ਕੋਈ ਇਵੇਂ ਦਾ ਕੰਮ ਕਰਦੇ ਨੇ ਉਹਦੇ ਵਿੱਚ 120 ਜਿਹੜੀ ਹੈ ਉਹ ਤਕਰੀਬਨ ਜਿਹੜੀ ਉਹ ਲੱਗ ਜਾਂਦੀ ਹੈ। ਹੁਣ ਜੇਕਰ ਅਸੀਂ ਇਹਨਾਂ ਧਾਰਾਵਾਂ ਦੀ ਗੱਲ ਕਰੀਏ ਤੇ ਇਹਨਾਂ ਦੇ ਵਿੱਚ ਜਿਹੜੀ 376 ਹੈ ਉਹਦੇ ਵਿੱਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਜਿਹੜੀ ਉਹ ਸਜ਼ਾ ਹੈ। ਪਰ ਤੁਹਾਨੂੰ ਯਾਦ ਹੋਵੇਗਾ, ਮੈਂ ਦਰਸ਼ਕਾਂ ਦੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਜਦੋਂ ਦਿੱਲੀ ਦੇ ਵਿੱਚ ਨਿਰਭਇਆ ਕਾਂਡ ਵਾਪਰਿਆ ਸੀ ਜਾਂ ਜੰਮੂ ਦੇ ਵਿੱਚ ਆਸਫਾ ਜਿਹੜਾ ਸੀਗਾ ਉਹ ਗੱਲ ਹੋਈ ਸੀ, ਉਸ ਬੱਚੀ ਦੇ ਨਾਲ ਇਹ ਕੁਝ ਹੋਇਆ ਸੀ, ਤਾਂ ਉਸ ਵੇਲੇ ਸਾਡੀਆਂ ਬਹੁਤ ਸਾਰੀਆਂ ਰਾਜਨੀਤਿਕ ਧਿਰਾਂ ਨੇ ਵੀ ਇਹ ਆਵਾਜ਼ ਉਠਾਈ ਸੀ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਕਿਸੇ ਬੱਚੀ ਦੇ ਨਾਲ ਜ਼ਬਰ ਜਨਾਹ ਹੁੰਦਾ ਹੈ ਤਾਂ ਇਸ ਧਾਰਾ ਦੇ ਵਿੱਚ ਸੋਧ ਕਰਕੇ ਜਿਹੜਾ ਦੋਸ਼ੀ ਹੈ ਉਸ ਨੂੰ ਸਜ਼ਾਏ ਮੌਤ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ। ਪਰ ਇੱਥੇ ਸਿਆਸੀ ਧਿਰਾਂ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਅਸੀਂ ਦਿੱਲੀ ਦੇ ਵਿੱਚ ਵਾਪਰੀ ਘਟਨਾ ਦੇ ਬਾਰੇ ਦਿੱਲੀ ਦੀ ਸਰਕਾਰ ਨੂੰ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਇਹ ਕਹਿ ਕੇ ਕਿ ਪੁਲਿਸ ਜਿਹੜੀ ਹੈ ਉਹ ਕੇਂਦਰ ਦੇ ਅਧੀਨ ਹੈ, ਦੋਸ਼ ਮੁਕਤ ਨਹੀਂ ਹੋਇਆ ਜਾ ਸਕਦਾ, ਪਰ ਇਹਦੇ ਨਾਲ ਨਾਲ ਬਹੁਤ ਸਾਰੇ ਇਹ ਵਰਤਾਰੇ ਉਦੋਂ ਵੀ ਵਾਪਰੇ ਨੇ ਜਦੋਂ ਹੋਰ ਵੀ ਰਾਜਨੀਤਿਕ ਧਿਰਾਂ ਸੀ, ਔਰ ਇਸ ਕਟਹਿਰੇ ਦੇ ਵਿੱਚ ਸਾਰੀਆਂ ਜਿਹੜੀਆਂ ਨੇ ਉਹ ਨਸ਼ਰ ਹੋ ਜਾਂਦੀਆਂ ਨੇ। ਹਾਥਰਸ ਕਾਂਡ ਭਾਜਪਾ ਦੇ ਸਮੇਂ, ਦਾਮਨੀ ਕਾਂਡ ਕਾਂਗਰਸ ਦੇ ਸਮੇਂ, ਆਸਫਾ ਜੰਮੂ ਦੀ ਕੇਂਦਰੀ ਹਕੂਮਤ, ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵਾਪਰਿਆ ਜਿਹੜਾ ਕਾਂਡ ਸੀਗਾ ਉਹ ਅਕਾਲੀ ਸਰਕਾਰ ਦੇ ਸਮੇਂ। ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਇਹਨਾਂ ਨੂੰ ਲਾਅ ਐਂਡ ਆਰਡਰ, ਪ੍ਰਸ਼ਾਸਨ ਨੂੰ ਸਹੀ ਰੂਪ ਦੇ ਵਿੱਚ ਚਲਾਉਣ ਦੇ ਵਾਸਤੇ ਕਾਨੂੰਨ ਅਤੇ ਜਿਹੜੇ ਨਿਯਮ ਨੇ ਉਹਨਾਂ ਦੇ ਉੱਪਰ ਅਮਲ ਕਰਨਾ ਪਵੇਗਾ। ਪਰ ਇਹ ਵਿਗੜਦੇ ਕਦੋਂ ਨੇ? ਜਦੋਂ ਕਿ ਅਪਰਾਧੀ ਕਿਸਮ ਦੇ ਲੋਕ ਜਿਹੜੇ ਇਵੇਂ ਦੀਆਂ ਵਰਤਾਰਿਆਂ ਦੇ ਵਿੱਚ, ਇਵੇਂ ਦੀਆਂ ਘਟਨਾਵਾਂ ਦੇ ਵਿੱਚ ਜਦੋਂ ਸ਼ਾਮਲ ਹੁੰਦੇ ਨੇ, ਉਹਨਾਂ ਦੀ ਜਿਹੜੀ ਸਰਪ੍ਰਸਤੀ ਹੈ ਉਹ ਕਰਨ ਦੇ ਵਾਸਤੇ ਵੱਡੇ ਵੱਡੇ ਰਾਜਨੇਤਾ ਤੇ ਰਾਜਨੀਤਿਕ ਜਿਹੜੇ ਲੋਕ ਨੇ ਉਹ ਬੈਠੇ ਹੁੰਦੇ ਨੇ। ਸੋ ਕਿਤੇ ਨਾ ਕਿਤੇ ਤੁਸੀਂ ਰਾਜਨੀਤਿਕ ਕਹਿ ਸਕਦੇ ਹੋ ਕਿ ਢਾਂਚੇ ਨੂੰ ਇਸ ਦੋਸ਼ ਦੇ ਵਿੱਚੋਂ ਦੋਸ਼ ਮੁਕਤ ਨਹੀਂ ਕਰ ਸਕਦੇ।
ਇਹ ਸਾਰਿਆਂ ਦੇ ਵਾਸਤੇ ਇੱਕ ਸੋਚਣ ਵਾਲੀ ਗੱਲ ਹੈ, ਕਿਉਂਕਿ ਅੱਜ ਦੇ ਸਮੇਂ ਜਿਹੜਾ ਅਪਰਾਧੀ ਵਿਅਕਤੀ ਹੈ ਉਹ ਰਾਜਨੀਤੀ ਦੀ ਛਤਰੀ ਦੇ ਹੇਠ ਪਲ ਰਿਹਾ ਹੈ। ਤੇ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਖਿੱਤੇ ਦੇ ਵਿੱਚ, ਕਿਸੇ ਵੀ ਇਲਾਕੇ ਦੇ ਵਿੱਚ, ਕਿਸੇ ਵੀ ਬੱਚੀ ਦੇ ਨਾਲ ਕੋਈ ਵੀ ਵਰਤਾਰਾ ਇਵੇਂ ਦਾ ਜਾਂ ਘਿਨਾਉਣਾ ਕਾਂਡ ਵਾਪਰਦਾ ਹੈ ਤੇ ਉਹਦੇ ਵਿੱਚੋਂ ਤੁਸੀਂ ਉਸ ਖਿੱਤੇ ਦੀ ਰਾਜਨੀਤਿਕ ਧਿਰ ਜਿਹੜੀ ਹੈ ਉਹਨੂੰ ਦੋਸ਼ ਮੁਕਤ ਬਿਲਕੁਲ ਨਹੀਂ ਕੀਤਾ ਜਾ ਸਕਦਾ ਕਿ ਉਹਦਾ ਕੋਈ ਹੱਥ ਹੀ ਨਹੀਂ ਹੈ, ਕਿਉਂਕਿ ਇਹੋ ਜਿਹਾ ਕਰਮ ਹੀ ਉਹ ਲੋਕ ਕਰਦੇ ਨੇ ਜਿਹੜੇ ਲੋਕਾਂ ਦਾ ਅਪਰਾਧਾਂ ਦੀ ਦੁਨੀਆ ਦੇ ਵਿੱਚ ਰਹਿ ਕੇ ਦਿਲ ਵਧਿਆ ਹੁੰਦਾ ਤੇ ਅਪਰਾਧਾਂ ਦੀ ਦੁਨੀਆ ਦੇ ਵਿੱਚ ਰਹਿ ਕੇ ਦਿਲ ਉਹਨਾਂ ਲੋਕਾਂ ਦਾ ਵੱਧਦਾ ਜਿਨ੍ਹਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਲ ਹੁੰਦੀ ਹੈ। ਸੋ ਕਿਤੇ ਸਾਡੇ ਲੋਕਾਂ ਦੇ ਵਿੱਚ ਇਹ ਚੇਤਨਤਾ, ਇਹ ਨੈਤਿਕਤਾ ਦੇ ਬਾਰੇ ਕਹਿ ਸਕਦੇ ਹੋ ਕਿ ਇੱਕ ਜਾਗਰੂਕਤਾ ਜਨਮ ਲੈ ਸਕੇ ਤੇ ਅਸੀਂ ਕਿਤੇ ਨਾ ਕਿਤੇ ਰਾਜਨੀਤਿਕ ਧਿਰਾਂ ਨੂੰ ਅਜਿਹੇ ਵਰਤਾਰਿਆਂ ਦੇ ਉੱਪਰ ਜਵਾਬਦੇਹ ਬਣਾ ਕੇ, ਚਾਹੇ ਉਹ ਸੂਬੇ ਦੀ ਸਰਕਾਰ ਹੋਵੇ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਕੋਈ ਅਕਾਲੀ ਦਲ ਹੋਵੇ, ਚਾਹੇ ਕੋਈ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਭਾਜਪਾ ਹੋਵੇ, ਜਿਹੜੀ ਵੀ ਧਿਰ ਇਵੇਂ ਦੇ ਵਰਤਾਰਿਆਂ ਦੇ ਵਿੱਚ ਕਿਸੇ ਕੇਸ ਨੂੰ ਰਫਾ ਦਫਾ ਕਰਨ ਦੇ ਵਿੱਚ, ਅਣਗਹਿਲੀ ਵਿਖਾਉਣ ਦੇ ਵਿੱਚ ਜਾਂ ਫਿਰ ਦੋਸ਼ੀਆਂ ਦਾ ਪੱਖ ਪੂਰਨ ਦੇ ਵਿੱਚ ਆਪਣਾ ਕਹਿ ਸਕਦੇ ਕਿ ਰੋਲ ਅਦਾ ਕਰਦੀ ਹੈ, ਕਿਤੇ ਨਾ ਕਿਤੇ ਉਸ ਨੂੰ ਸਵਾਲਾਂ ਦੇ ਕਟਹਿਰੇ 'ਚ ਜ਼ਰੂਰ ਖੜਾ ਕੀਤਾ ਜਾ ਸਕੇ। ਇਹ ਤਾਂ ਹੀ ਹੋ ਸਕਦਾ ਕਿ ਅਸੀਂ ਇਹਨਾਂ ਸਾਰਿਆਂ ਵਰਤਾਰਿਆਂ ਤੋਂ ਜਾਗਰੂਕ ਹੋਣ ਦਾ ਯਤਨ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।